ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੁੱਲ ਹੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਅਬ ਤਬ ਜਬ ਕਬ ਤੂ ਹੀ, ਹਮ ਤੋ ਪ੍ਰਸਾਦ ਸੁਖੀ ਸਦਹੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਹੋ ਆਇਆ ਦੂਰ ਹੋ ਚੱਲ ਕੈ, ਮੈਂ ਤਕੀ ਤੋ ਸਰਨਾਏ ਜੀਓ। ਮੈਂ ਆਸਾ ਰੱਖੀ ਚਿੱਤ ਮਹਿ, ਮੇਰਾ ਸਭੋ ਦੁੱਖ ਗਵਾਏ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਨਿਰੰਕਾਰ ਆਕਾਰ ਉਪਾਇਆ, ਮਾਇਆ ਮੋਹ ਹੁਕਮ ਬਣਾਇਆ। ਨਿਰੰਕਾਰ ਆਕਾਰ ਉਪਾਇਆ, ਮਾਇਆ ਮੋਹ ਹੁਕਮ ਬਣਾਇਆ। ਆਪੇ ਖੇਲ ਕਰੇ ਸਭ ਕਰਤਾ, ਸੁਣ ਸਾਚਾ ਮਨ ਵਸਾਏਂਦਾ। ਮਾਇਆ ਮਾਈ ਤ੍ਰੈ ਗੁਣ ਪਰਸੂਤ ਜਮਾਇਆ। ਚਾਰੇ ਵੇਦ ਬ੍ਰਹਮੇ ਨੋ ਫੁਰਮਾਇਆ। ਵਰੇ ਮਹਾਂਬਾਰ ਥਿਤੀ, ਕਰ ਇਸ ਜਗ ਮਹਿ ਸੋਝੀ ਪਾਏਂਦਾ। ਗੁਰ ਸੇਵਾ ਤੇ ਕਰਨੀ ਸਾਰ,
राम नाम राखो और धार। गुरबाणी बरती जग अंतर। इस बाणी ते हर नाम पाएंदा। वेद पढ़ै अन दिन वाद संभाले। नाम न चेतै बद्धा जम काले। दूजै भाए सदा दुख पाए। त्रै गुण भरम भुलाएंदा। गुरमुख एकस स्यों लिव लाए। त्रिविध मनसा मन है समाए। साचै शब्द सदा है मुक्ता। माया मोह चुकाएंदा। गुरमुख एकस स्यों लिव लाए। त्रिविध मनसा मन है समाए। साचै शब्द सदा है मुक्ता। माया मोह चुकाएंदा। वाहिगुरु जी का खालसा वाहिगुरु जी की फतेह। परम सन्मानयोग जुगो जुग अटल चवर छतर तख दे मालक। बाणी के बोहित जाहरा जहूर हाजरा हजूर। सर्व कला समरथ धन धन साहिब श्री गुरु ग्रंथ साहिब। सच्चे सतगुरु जी दी पावन पवित्र निੱਘੀ गोद अंदर जुड़ बैठे गुरु रूप गुरु सवारे सत संगी जनो। आप जी बड़ भागे हो जो दशमेश पिता गुरु कलगीधर सतगुरु अमृत के दाते सर्वांस दानी। धन धन साहिब श्री गुरु गोबिंद सिंह महाराज जी की चरण छो धरती। महान पवित्र अस्थान गुरुद्वारा मंजी साहिब आलमगीर विखे अमृत बेले तो हाजरियां भर के सतसंगत करके लाहे प्राप्त करके अपने जीवन नूं सफला कर रहे हो। साहिबां दे पावन दरबार दे विच अमृत वेले तो सजे दीवाना विच आप जी ने सत्कारयोग गुरु घर दे कीर्तनिया पासों श्री आसा जी की वार दे कीर्तन श्रवण कीते हन। सुआओ गुरु सवारियो समा है जो चल रही लड़ीवार गुरबाणी दी कथा मारू राग दे विचों आप संगतां श्रवण करदियां आ रहीआं हन। आओ अपनियां मन बिरतियां इकागर करिए, ध्यान गुरु चरणां नाल जोड़ीए ते गुरु महाराज जी दे पावन उपदेश नूं हिरदियां विच वसा के अपना जीवन सफला करिए। करो सारे अपनी रसना पवित्र ते उचारण करो जी सतनाम श्री वाहिगुरु साहिब जी। मारू महला तीजा। निरंकार आकार उपाया माया मोह हुक्म बनाया।
ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਇਹ ਪਾਵਨ ਸ਼ਬਦ ਸਤਿਗੁਰਾਂ ਦੇ ਪਾਵਨ ਅੰਕ 1066 ਤੋਂ ਪ੍ਰਾਰੰਭ ਹੁੰਦਾ ਹੈ ਤੇ 1067 ਤੇ ਜਾ ਕੇ ਇਸ ਪਾਵਨ ਸ਼ਬਦ ਦੀ ਸਮਾਪਤੀ ਹੈ। ਸਤਿਗੁਰੂ ਜੀ ਪਹਿਲੀਆਂ 2 ਪੰਕਤੀਆਂ ਦੇ ਵਿੱਚ ਇਹ ਦੱਸ ਰਹੇ ਨੇ ਕਿ ਜਦੋਂ ਸਤਿਗੁਰਾਂ ਨੂੰ ਜਗਿਆਸੂ ਜਨਾਂ ਨੇ ਸਵਾਲ ਕੀਤਾ ਕਿ ਪਾਤਸ਼ਾਹ ਜੀ ਇਹ ਸੰਸਾਰ ਕਿੱਥੋਂ ਪੈਦਾ ਹੋਇਆ, ਇਹਨੂੰ ਪੈਦਾ ਕਰਨ ਵਾਲਾ ਕੌਣ ਹੈ, ਤੇ ਗੁਰੂ ਪਾਤਸ਼ਾਹ ਨੇ ਫਿਰ ਉੱਤਰ ਦੇਣਾ ਕੀਤਾ। ਕਹਿੰਦੇ ਨੇ ਨਿਰੰਕਾਰ। ਨਿਰੰਕਾਰ ਤੋਂ ਭਾਵ ਹੈ ਜਿਹਦਾ ਕੋਈ ਆਕਾਰ ਨਹੀਂ ਹੈ, ਕੋਈ ਸ਼ਕਲ ਸੂਰਤ ਨਹੀਂ ਹੈ, ਇੱਕ ਅਖੰਡ ਜੋਤ ਹੈ। ਉਸ ਨਿਰੰਕਾਰ ਤੋਂ ਹੀ ਆਕਾਰ ਉਪਾਇਆ। ਉਹਨੇ ਹੀ ਕਹਿੰਦੇ ਆਕਾਰ ਤੋਂ ਭਾਵ ਹੈ ਸੰਸਾਰ। ਜਿੰਨਾ ਵੀ ਆਪਾਂ ਸੰਸਾਰ ਦੇਖਦੇ ਹਾਂ ਇਹ ਵਿਸ਼ਵ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਓੰਕਾਰ ਕੀਆ ਉਤਪਤ, ਓੰਕਾਰ ਕੀਆ ਜਨ ਚਿਤ। ਇਸ ਪ੍ਰਕਾਰ ਗੁਰੂ ਸਵਾਰੇ ਉਸ ਓੰਕਾਰ ਤੋਂ ਹੀ ਸਭ ਕੁਝ ਇਹ ਪੈਦਾ ਹੋਇਆ ਹੈ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪੜ੍ਹਦੇ ਹਾਂ, ਦਾਸ ਨੇ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹੈ ਕਿ ਜਦੋਂ ਆਪਾਂ 35 ਅੱਖਰ ਪੜ੍ਹਦੇ ਹਾਂ, 35 ਅੱਖਰਾਂ ਵਿੱਚ ਊੜਾ ਆੜਾ ਆਉਂਦਾ ਏ ਤੇ ਊੜੇ ਦਾ ਜਿਹੜਾ ਮੁੱਖ ਹੈ ਉਹ ਬੰਦ ਹੈ। ਪਰ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਇੱਕ ਓੰਕਾਰ ਤੋਂ ਪ੍ਰਾਰੰਭ ਹੁੰਦੀ ਹੈ। ਸਤਿਗੁਰ ਨੇ ਗੁਰਮੁਖੀ ਦੇ ਵਿੱਚ ਜਿਹੜਾ ਊੜੇ ਦਾ ਮੁੱਖ ਹੈ ਉਹ ਖੁੱਲ੍ਹਾ ਰੱਖਣਾ ਕੀਤਾ। ਉਹ ਕਿਉਂ ਰੱਖਿਆ? ਕਾਰਨ ਕੀ ਸੀ? ਕਿਉਂਕਿ ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਸਮਝਾਇਆ ਹੈ ਕਿ ਭਾਈ ਜਿੰਨਾ ਵੀ ਸੰਸਾਰ ਹੈ, ਜਿੰਨੇ ਵੀ ਬ੍ਰਹਿਮੰਡ ਨੇ, ਇਹ ਸਾਰੇ ਇਸ ਓੰਕਾਰ ਵਿੱਚੋਂ ਪੈਦਾ ਹੁੰਦੇ ਨੇ ਤੇ ਓੰਕਾਰ ਦੇ ਵਿੱਚ ਹੀ ਜਾ ਕੇ ਸਮਾ ਜਾਂਦੇ ਹਨ। ਇਸ ਕਰਕੇ ਉਸੇ ਹੀ ਨਿਰੰਕਾਰ ਤੋਂ ਇਹ ਸੰਸਾਰ ਬਣਿਆ ਤੇ ਸੰਸਾਰ ਦੇ ਇਸ ਤਰ੍ਹਾਂ ਪਰਮਾਤਮਾ ਨੇ ਰਚਨਾ ਕੀਤੀ ਤੇ ਫਿਰ ਅੱਗੋਂ ਫਿਰ ਜਿਹੜੀ ਮਾਇਆ ਹੈ, ਮਾਇਆ ਮੋਹ ਹੁਕਮ ਬਣਾਇਆ। ਸੰਸਾਰ ਦੇ ਵਿੱਚ ਮਾਇਆ ਦਾ ਮੋਹ ਪ੍ਰਬਲ ਹੈ। ਹਰ ਇੱਕ ਜੀਵ ਨੂੰ ਇਹ ਮਾਇਆ ਜਿਹੜੀ ਗਲਤਾਨ ਕਰ ਰਹੀ ਹੈ, ਇਹ ਮੋਹ ਕਿੱਥੋਂ ਪੈਦਾ ਹੋਇਆ? ਤੇ ਸਤਿਗੁਰੂ ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਪਰਮੇਸ਼ਰ ਨੇ ਖੇਡ ਵਰਤਾਉਣ ਵਾਸਤੇ ਆਪ ਹੀ ਮਾਇਆ ਦਾ ਮੋਹ ਵੀ ਜੀਵਾਂ ਦੇ ਅੰਦਰ ਪੈਦਾ ਕੀਤਾ ਹੋਇਆ ਹੈ। ਕਿਉਂਕਿ ਆਪਣੀ ਮਾਇਆ ਆਪ ਪਸਾਰੀ। ਜਿਹੜੀ ਮਾਇਆ ਹੈ ਉਸ ਮਾਲਕ ਦੇ ਹੁਕਮ ਦੇ ਵਿੱਚ ਹੈ। ਹੁਣ ਮਾਇਆ ਕੀ ਹੈ? ਇੱਕ ਮਾਇਆ ਹੋ ਗਈ ਜਿਹਦੇ ਰਾਹੀਂ ਸਾਡੇ ਘਰ ਦਾ ਗੁਜ਼ਰਾਨ ਹੁੰਦਾ ਹੈ। ਆਪਾਂ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਰਦੇ ਹਾਂ, ਸਾਜੋ ਸਮਾਨ ਬਾਜ਼ਾਰ 'ਚੋਂ ਖਰੀਦਦੇ ਹਾਂ, ਵੇਚਦੇ ਹਾਂ। ਇੱਕ ਮਾਇਆ ਤਾਂ ਇਹ ਹੋ ਗਈ ਹੈ। ਇੱਕ ਮਾਇਆ ਹੋ ਗਈ ਹੈ ਜਿਹੜਾ ਆਪਾਂ ਸੰਸਾਰ ਵਿੱਚ ਵਿਚਰਦੇ ਹਾਂ ਤੇ ਇਸ ਮਾਇਆ ਦੇ ਜਿੰਨੇ ਵੀ ਚਾਹੇ ਕੋਈ ਪਤਨੀ ਹੈ, ਪਤੀ ਹੈ, ਪਰਿਵਾਰ ਜਿੰਨਾ ਵੀ ਹੈ, ਜੇ ਇਹਨਾਂ ਨੂੰ ਪ੍ਰਾਪਤ ਕਰਕੇ ਸਾਨੂੰ ਰੱਬ ਭੁੱਲਦਾ, ਗੁਰੂ ਭੁੱਲਦਾ ਹੈ, ਫਿਰ ਗੁਰੂ ਸਵਾਰੇ ਇਹ ਮਾਇਆ ਹੈ। ਜਿਨ੍ਹਾਂ ਨੂੰ ਪ੍ਰਾਪਤ ਕਰਕੇ ਸਾਨੂੰ ਗੁਰੂ ਚੇਤੇ ਆਉਂਦਾ, ਗੁਰੂ ਦਾ ਸ਼ੁਕਰ ਹੁੰਦਾ ਹੈ, ਫਿਰ ਇਹ ਮਾਇਆ ਨਹੀਂ ਹਨ। ਤੇ ਗੁਰਬਾਣੀ ਵਿੱਚ ਜਦੋਂ ਪੜ੍ਹਦੇ ਹਾਂ, ਸਤਿਗੁਰੂ ਮਹਾਰਾਜ ਨੂੰ ਪੁੱਛੋ, ਆਨੰਦ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ। ਸਤਿਗੁਰੂ ਕਹਿੰਦੇ ਨੇ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸ ਇੱਕੋ ਜਿਹੀ ਕਰਤੈ ਖੇਲ ਰਚਾਇਆ। ਕਿ ਜਿਹੜੀ ਮਾਇਆ ਦੇ ਨਾਲ, ਜਿਹੜੀ ਮਾਇਆ ਦੀ ਤੁਲਨਾ ਅੱਗ ਨਾਲ ਦੇਣਾ ਕੀਤੀ ਹੈ। ਕਿ ਜਿਸ ਤਰ੍ਹਾਂ ਅੱਗ ਸਾੜਦੀ ਹੈ
ਤੇ ਇਸੇ ਤਰ੍ਹਾਂ ਜਿਹੜੀ ਮਾਇਆ ਹੈ, ਮਾਇਆ ਵੀ ਜੀਵ ਦੇ ਸ਼ੁਭ ਕਰਮਾਂ ਨੂੰ ਸਾੜ ਦਿੰਦੀ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ। ਜਦੋਂ ਪਰਮਾਤਮਾ ਨੂੰ ਭਾਇਆ, ਚੰਗਾ ਲੱਗਿਆ, ਉਹਦੀ ਰਜਾ ਦੇ ਵਿੱਚ ਹੀ ਫਿਰ ਮਾਇਆ ਦੇ ਰਾਹੀਂ ਹੀ ਸੰਸਾਰ ਵਿੱਚ ਬੰਦੇ ਦਾ, ਮਨੁੱਖ ਦਾ ਵਜੂਦ ਬਣਨਾ ਕੀਤਾ। ਜਨਮ ਲੈ ਕੇ ਜੀਵ ਸੰਸਾਰ ਵਿੱਚ ਆਇਆ। ਤੇ ਜਿੱਥੇ ਹੁਣ ਪਰਿਵਾਰ ਦੇ ਮੈਂਬਰ ਖੁਸ਼ੀਆਂ ਮਨਾ ਰਹੇ ਹਨ ਤੇ ਪਰਿਵਾਰ ਵਿੱਚ ਇੱਕ ਦੂਜੇ ਨੂੰ ਵਧਾਈ ਦਿੱਤੀ ਜਾਂਦੀ ਹੈ, ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ, ਪਰਿਵਾਰ ਦੇ ਮੈਂਬਰ ਖੁਸ਼ੀ ਮਨਾ ਰਹੇ ਹਨ, ਉੱਧਰੋਂ ਜੀਵ ਦੀ ਹਾਲਤ ਕੈਸੀ ਹੋ ਜਾਂਦੀ ਹੈ। ਗੁਰਬਾਣੀ ਮੁਤਾਬਕ ਸਤਿਗੁਰੂ ਕਹਿੰਦੇ ਨੇ, ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਿਉਂਕਿ ਜਦੋਂ ਜੀਵ ਮਾਤਾ ਦੇ ਉਦਰ ਵੀ ਜੀਵ ਦਾ ਸਰੀਰ ਪਲਦਾ ਹੈ ਤੇ ਗੁਰਬਾਣੀ ਮੁਤਾਬਕ ਜਿੰਨੇ ਵੀ ਸਾਡੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਮੁਤਾਬਕ ਇਹ ਹੈ ਕਿ ਜਿਹੜੀ ਮਾਤਾ ਦੇ ਉਦਰ ਦੇ ਵਿੱਚ ਜੀਵ ਦੀ ਸੁਰਤੀ ਪਰਿਪੂਰਨ ਪਰਮਾਤਮਾ ਨਾਲ ਜੁੜੀ ਹੁੰਦੀ ਹੈ। ਪਰ ਜਦੋਂ ਮਾਤਾ ਦੇ ਉਦਰ ਵਿੱਚੋਂ ਜੀਵ ਕਦਮ ਰੱਖ ਕੇ ਬਾਹਰ ਆਉਂਦਾ ਤੇ ਕਦਮ ਰੱਖਦਿਆਂ ਸਾਰ ਹੀ ਫਿਰ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਜਿਹੜੀ ਜੀਵ ਦੀ ਬਿਰਤੀ ਹੈ, ਲਿਵ ਹੈ, ਉਹ ਟੁੱਟ ਜਾਂਦੀ ਹੈ। ਜਦੋਂ ਜਿਵੇਂ ਗੁਰਬਾਣੀ ਕਹਿੰਦੀ ਹੈ, ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਮਾਤਾ ਦੇ ਗਰਭ ਵਿੱਚੋਂ ਨਿਕਲ ਕੇ ਜੀਵ ਸੰਸਾਰ ਵਿੱਚ ਆ ਗਿਆ ਤੇ ਖਸਮ ਪਰਮੇਸ਼ਰ ਨੂੰ ਵਿਸਾਰ ਦਿੱਤਾ। ਦੁਨੀ ਦੋ ਨੀਵਾਂ ਵਾਲੀ ਦੁਨੀਆ, ਉਹਦੇ ਉੱਤੇ ਉਹਦੇ ਵਿੱਚ ਆਪਣੇ ਚਿੱਤ ਨੂੰ ਲਾ ਲਿਆ। ਤੇ ਇਹੀ ਵਚਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਰ ਰਹੇ ਨੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਫਿਰ ਪਾਤਸ਼ਾਹ ਦੱਸੋ ਮਾਇਆ ਕੀ ਹੈ? ਤੁਸੀਂ ਮਾਇਆ ਦੇ ਬਾਅਦ ਦੱਸ ਰਹੇ ਹੋ ਤੇ ਮਾਇਆ ਹੈ ਕੀ ਹੈ? ਸਤਿਗੁਰੂ ਜੀ ਅਖੀਰਲੀ ਪੰਕਤੀ ਵਚਨ ਕਰਦੇ ਨੇ, ਕਹਿੰਦੇ ਨੇ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹਿੰਦੇ ਇਹ ਮਾਇਆ ਐਸੀ ਹੈ ਜਿਹਨੂੰ ਪ੍ਰਾਪਤ ਕਰਕੇ ਹਰੀ ਵਿਸਰ ਜਾਂਦਾ, ਹਰੀ ਭੁੱਲ ਜਾਂਦਾ ਹੈ। ਤੇ ਮੋਹ ਜੀਵ ਦੇ ਅੰਦਰ ਮੋਹ ਪੁੱਜਦਾ ਹੈ, ਪੈਦਾ ਹੁੰਦਾ। ਮੋਹ ਕਰਨਾ ਸੀ ਪਰਮਾਤਮਾ ਨਾਲ, ਪਰਮਾਤਮਾ ਦੇ ਨਾਮ ਦੇ ਨਾਲ, ਪਰ ਕਹਿੰਦੇ ਹੋਰਨਾਂ ਨਾਲ ਪਿਆਰ ਕਰਨ ਲੱਗ ਪਿਆ, ਭਾਵ ਦੂਜਾ ਲਾਇਆ, ਹੋਰਨਾਂ ਵਿੱਚ ਪਿਆਰ ਪਾ ਲਿਆ। ਤੇ ਸਤਿਗੁਰੂ ਮਹਾਰਾਜ ਇਸ ਮਾਇਆ ਤੋਂ ਕੋਈ ਬਚਦਾ ਵੀ ਹੈ ਤੇ ਗੁਰੂ ਪਾਤਸ਼ਾਹ ਉੱਤਰ ਦਿੰਦੇ ਨੇ, ਕਹਿੰਦੇ ਨੇ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਪਾਤਸ਼ਾਹ ਨੇ ਗੱਲ ਹੀ ਮੁਕਾਤੀ, ਕਹਿੰਦੇ ਜਿਨ੍ਹਾਂ ਦੇ ਉੱਤੇ ਗੁਰੂ ਦੀ ਪ੍ਰਸਾਦ ਕਿਰਪਾ ਹੁੰਦੀ ਹੈ, ਰਹਿਮਤ ਹੁੰਦੀ ਹੈ, ਉਹ ਮਾਇਆ ਵਿੱਚ ਰਹਿੰਦਿਆਂ ਹੋਇਆਂ ਹੀ ਉਸ ਪਰਿਪੂਰਨ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹਨ, ਭਾਵ ਉਸ ਮਾਲਕ ਨਾਲ ਇੱਕ ਮਿਕ ਹੋ ਜਾਂਦੇ ਨੇ। ਵੀ ਇੱਥੇ ਸਤਿਗੁਰੂ ਮਹਾਰਾਜ ਵਚਨ ਕਰਦੇ ਨੇ, ਕਹਿੰਦੇ ਇਹ ਮਾਇਆ, ਕਹਿੰਦੇ ਜਿਹੜੀ ਮਾਇਆ ਹੈ ਉਸ ਮਾਲਕ ਦੇ ਹੁਕਮ ਵਿੱਚ ਹੀ ਪੈਦਾ ਹੋਈ ਹੈ। ਮਾਇਆ ਮੋਹ ਹੁਕਮ ਬਣਾਇਆ, ਆਪਣੇ ਹੁਕਮ ਦੇ ਵਿੱਚ ਹੀ ਇਹ ਮਾਇਆ ਜਿਹੜੀ ਹੈ, ਇਹ ਮਾਇਆ ਦਾ ਮੋਹ ਹੈ, ਇਹ ਪਰਮਾਤਮਾ ਵਾਹਿਗੁਰੂ ਨੇ ਆਪ ਹੀ ਬਣਾਉਣਾ ਕੀਤਾ ਹੈ। ਆਪੇ ਖੇਲ ਕਰੇ ਸਭ ਕਰਤਾ, ਸੁਣ ਸਾਚਾ ਮਨ ਵਸਾਏਂਦਾ। ਪਾਤਸ਼ਾਹ ਜੀ ਅਗਲੀ ਪੰਕਤੀ 'ਚ ਫਰਮਾਨ ਕਰਦੇ ਹਨ ਕਿ ਅਸਲ ਵਿੱਚ ਕਹਿੰਦੇ ਜੋ ਮਾਇਆ ਦਾ ਮੋਹ ਹੈ, ਸੰਸਾਰ ਆਪਾਂ ਦੇਖ ਰਹੇ ਹਾਂ, ਜੀਵ ਖੇਡਾਂ ਖੇਡ ਰਹੇ ਨੇ, ਪਰਿਪੂਰਨ ਪਰਮਾਤਮਾ ਦੇਖ ਕੇ ਹੱਸਦਾ ਹੈ। ਕਹਿੰਦੇ ਅਸਲ ਵਿੱਚ ਕਰਤੇ ਵਾਹਿਗੁਰੂ ਦਾ ਇਹ ਆਪਣੀ ਖੇਡ ਹੈ, ਕਰਤੇ ਦੀ ਖੇਡ ਹੈ। ਤੇ ਜਿਹੜੇ ਪ੍ਰਭੂ ਦੇ ਪਿਆਰੇ ਨੇ ਨਾ,
ਉਹ ਕਰਤੇ ਦੀ ਰਜਾ ਵਿੱਚ ਰਹਿ ਕੇ, ਹੁਕਮ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ। ਇਸ ਕਰਕੇ ਇਹ ਕਰਤੇ ਦੀ ਖੇਲ ਹੈ, ਸੁਣ ਸਾਚਾ ਮਨ ਵਸਾਏਂਦਾ। ਜਿਹੜੇ ਪ੍ਰਭੂ ਦੇ ਪਿਆਰੇ ਨੇ, ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਗੁਰੂ ਦੀ ਕਿਰਪਾ ਦੇ ਨਾਲ, ਤੇ ਫਿਰ ਉਹ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਸੁਣਦੇ ਹਨ, ਸੱਚੇ ਦੀ ਵਡਿਆਈ ਨੂੰ ਸੁਣਦੇ ਹਨ। ਸੁਣ ਕੇ ਗੁਰੂ ਸਵਾਰਿਓ ਆਪਣੇ ਮਨ ਵਸਾਏਂਦਾ, ਆਪਣੇ ਮਨ ਵਿੱਚ ਉਹ ਵਸਾ ਲੈਂਦੇ ਨੇ। ਦੇਖੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦੀ ਆਪਾਂ 400 ਸਾਲਾ ਸ਼ਤਾਬਦੀ ਮਨਾ ਰਹੇ ਹਾਂ। ਸਮੁੱਚਾ ਜਗਤ ਵਰਲਡ ਵਿੱਚ ਜਿੱਥੇ ਜਿੱਥੇ ਗੁਰੂ ਨਾਨਕ ਲੇਵਾ ਸੰਗਤਾਂ ਬੈਠੀਆਂ ਨੇ, ਸ਼ਰਧਾ ਭਾਵਨਾ ਦੇ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕੀਤੇ ਜਾ ਰਹੇ ਹਨ ਉੱਚੇ ਪੱਧਰ 'ਤੇ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਮੇਂ ਬਹੁਤ ਸਾਰੇ ਇਹੋ ਜਿਹੇ ਸਿੱਖ ਹੋ ਜਿਨ੍ਹਾਂ ਉੱਤੇ ਗੁਰੂ ਦੀ ਬਹੁਤ ਵੱਡੀ ਬਖਸ਼ਿਸ਼ ਹੋਈ ਹੈ। ਇੱਕ ਭਾਈ ਨੱਥਾ ਨਾਮੇ ਗੁਰੂ ਤੇਗ ਬਹਾਦਰ ਪਾਤਸ਼ਾਹ ਸਿੱਖ ਹੋਇਆ। ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਢਾਕੇ ਬੰਗਾਲ ਵੱਲ ਗਏ ਨੇ, ਢਾਕੇ ਦੀ ਧਰਤੀ 'ਤੇ ਪਹੁੰਚੇ ਨੇ, ਤੇ ਉਦੋਂ ਇਹ ਨੱਥਾ, ਭਾਈ ਨੱਥਾ ਜੀ ਢਾਕੇ ਦੀ ਧਰਤੀ ਉੱਤੇ ਬਿਰਾਜਮਾਨ ਸੀ। ਅਸਲ ਵਿੱਚ ਇਹਨੂੰ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਛੇਵੇਂ ਗੁਰਦੇਵ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਨੇ ਉੱਥੇ ਥਾਪਣਾ ਕੀਤਾ ਸੀ, ਤੇ ਸਿੱਖੀ ਦਾ ਪ੍ਰਚਾਰ ਕਰਦਾ, ਨਾਮ ਰਸੀਆ ਬੰਦਗੀ ਕਰਨ ਵਾਲਾ, ਪਰ ਖੜਵੇ ਸੁਭਾਅ ਵਾਲਾ। ਜਦੋਂ ਕਈ ਵਾਰੀ ਆਪਣੇ ਮੁੱਖੋਂ ਬੋਲਣਾ, ਕਿਸੇ ਨੂੰ ਕੌੜਾ ਬੋਲ ਦੇਣਾ, ਤੇ ਕਈ ਵਾਰੀ ਮੁੱਖੋਂ ਗਾਲਾਂ ਕੱਢ ਦੇਣੀਆਂ, ਇਹੋ ਜਿਹੇ ਸੁਭਾਅ ਵਾਲਾ ਸੀ। ਪਰ ਜਿੰਨੇ ਵੀ ਸੰਗਤਾਂ ਸਨ, ਜਿਹੜੇ ਜਾਣੂ ਸੀ ਨਾ, ਉਹ ਭਾਈ ਨੱਥੇ ਜੀ ਦਾ ਬਿਲਕੁਲ ਵੀ ਵਿਰੋਧ ਨਹੀਂ ਕਰਦੇ ਸਨ, ਅੱਗੋਂ ਹੱਸ ਕੇ ਸਾਰਦੇ ਸੀ। ਜਿਵੇਂ ਸਿਆਣਿਆਂ ਦਾ ਕਥਨ, ਸਿਆਣਿਆਂ ਦੀਆਂ ਗਾਲਾਂ ਘਿਓ ਦੀਆਂ ਨਾਲਾਂ, ਇੰਜ ਗੁਰੂ ਸਵਾਰਿਓ ਉਹ ਜਿਹੜੇ ਸਿੱਖ ਸੰਗਤਾਂ ਸਨ, ਭਾਈ ਨੱਥਾ ਜੀ ਬੋਲਦੇ ਸੀ, ਅੱਗੋਂ ਉਹਨਾਂ ਨਾਲ ਹੱਸ ਕੇ ਸਾਰ ਦੇਣਾ। ਹੁਣ ਜਿੱਥੇ ਬਹੁਤ ਸਾਰੀਆਂ ਸੰਗਤਾਂ ਤਾਂ ਭਾਈ ਨੱਥੇ ਜੀ ਦੇ ਜੀਵਨ ਤੋਂ ਜਾਣੂ ਸਨ, ਸਤਿਕਾਰ ਕਰਦੀਆਂ ਸਨ, ਉੱਥੇ ਕੁਝ ਕੁ ਸੰਗਤਾਂ ਦੇ ਮਨ 'ਚ ਇਤਰਾਜ਼ ਵੀ ਪੈਦਾ ਹੋਇਆ। ਇਤਰਾਜ਼ ਪੈਦਾ ਹੋਇਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਨਗਰ ਵਿੱਚ ਪਹੁੰਚੇ ਨੇ, ਤੇ ਸਤਿਗੁਰ ਦੇ ਦੀਵਾਨ ਸੱਜ ਕੇ, ਸਜੇ ਹੋਏ ਦੀਵਾਨਾਂ ਦੇ ਵਿੱਚ ਗੁਰੂ ਕੀਆਂ ਸੰਗਤਾਂ ਆਈਆਂ, ਨਤਮਸਤਕ ਹੋਈਆਂ, ਤੇ ਪਾਤਸ਼ਾਹ ਨੂੰ ਫਿਰ ਸਵਾਲ ਜਵਾਬ ਕਰਨ ਲੱਗੇ। ਕੁਝ ਕੁ ਸੰਗਤਾਂ ਨੇ ਸਤਿਗੁਰੂ ਨੂੰ ਸਵਾਲ ਕੀਤਾ, ਕਹਿਣ ਲੱਗੇ, ਪਾਤਸ਼ਾਹ ਦੇਖੋ ਤੁਹਾਡਾ ਥਾਪਿਆ ਹੋਇਆ ਸਿੱਖ ਭਾਈ ਨੱਥਾ ਜੀ ਸਿੱਖੀ ਦਾ ਪ੍ਰਚਾਰ ਕਰਦਾ ਏ, ਪਰ ਸਤਿਗੁਰੂ ਜੀ ਤੁਹਾਨੂੰ ਪਤਾ ਇਹ ਭਾਈ ਨੱਥਾ ਜੀ ਜਦੋਂ ਸੰਗਤਾਂ ਆਉਂਦੀਆਂ ਨੇ, ਕਈ ਵਾਰੀ ਗੁੱਸੇ ਵਿੱਚ ਆ ਕੇ ਸੰਗਤਾਂ ਨੂੰ ਇਹ ਗਾਲਾਂ ਕੱਢਣ ਦਾ ਕਬੋਲ ਬੋਲਦਾ ਹੈ। ਹੁਣ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅੰਤਰਜਾਮੀ ਜਾਣਦੇ ਨੇ, ਕਹਿੰਦੇ ਨੇ ਭਾਈ ਸਤਿਗੁਰੂ ਕਹਿਣ ਲੱਗੇ ਕਿ ਭਾਈ ਨੱਥੇ ਨੂੰ ਸਾਡੇ ਕੋਲ ਸੱਦ ਕੇ ਲੈ ਕੇ ਆਓ। ਸਿੱਖ ਭੇਜੇ ਆ, ਭਾਈ ਨੱਥਾ ਜੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚ ਗਏ, ਆ ਕੇ ਸਜਦਾ ਕੀਤਾ, ਨਮਸਕਾਰ ਕੀਤਾ, ਨਮਸਕਾਰ ਕਰਕੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠ ਗਿਆ। ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇਖ ਕੇ ਮੁਸਕਰਾਉਂਦੇ ਨੇ, ਕਹਿਣ ਲੱਗੇ, ਭਾਈ ਨੱਥਾ ਜੀ ਤੁਹਾਡੀ ਸ਼ਿਕਾਇਤ ਆਈ ਹੈ, ਤੁਹਾਡੇ ਬਾਬਤ ਸੰਗਤਾਂ ਨੇ ਸ਼ਿਕਾਇਤ ਕੀਤੀ ਹੈ ਕਿ ਭਾਈ ਨੱਥਾ ਜੀ ਸੰਗਤਾਂ ਨੂੰ ਜਦੋਂ ਸੰਗਤਾਂ ਆਉਂਦੀਆਂ ਕਬੋਲ ਬੋਲਦਾ, ਮੁੱਖੋਂ ਗਾਲਾਂ ਵੀ ਕੱਢ ਦਿੰਦਾ ਹੈ, ਤੇ ਭਾਈ ਨੱਥਾ ਜੀ ਅੱਗੋਂ ਉੱਤਰ ਦਿੰਦੇ। ਜਦੋਂ ਉੱਤਰ ਦੇਣ ਲੱਗਿਆ ਨਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ, ਕਹਿੰਦੇ ਨੇ ਸਤਿਗੁਰਾਂ ਦੇ ਸਨਮੁਖ ਬੈਠਿਆਂ ਹੀ 2-4 ਗਾਲਾਂ ਕਬੋਲ ਭਾਈ ਨੱਥਾ ਜੀ ਨੇ ਬੋਲ ਦਿੱਤੇ। ਜਦੋਂ ਬੋਲਿਆ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਸੁਣ ਕੇ ਮੁਸਕਰਾਉਣ ਲੱਗ ਪਏ, ਕਹਿਣ ਲੱਗੇ,
संगतां सच बोलदियां ने, कह संगतां सच बोलदियां ने, कहण लगे नहीं सतगुरु झूठ बोलदियां ने। तो पातशाह कहण लगे मेरे सामने तो 2-4 गालां तां हुण कढ़ दित्तियां ने। इस करके फिर सतगुरु संगत नूं समझाया कि संगत जी भाई नत्थे दा कदे भी बुरा नहीं मनना है। ये नाम रंग च रंगिया होया है, बेपरवाह है, तो ये उत्ते गुरु नानक की किरपा है। इस करके जो इनू अपने रंग विच ही मस्त रहन दिओ। तो सतगुरु गुरु तेग बहादुर पातशाह महाराज ने इस तरह बख्शिश की। सो गुरु सवारे है सारी परमात्मा की खेड। एक ना पासों परमात्मा अपना नाम जपांदा, टहल सेवा करांदा, सास ग्राह दा नाम जपते ने। एक गुरु सवारे इस तरह ही जिहड़े भड़कणा विच सारी जिंदगी अपनी लंघा दिंदे हन। कदे उन्होंने एक ऐसा परिवार है, ऐसे जीव ने जिन्होंने जिंदगी के सारे सुख नसीब होए ने, किसी प्रकार की कमी नहीं है, धन संपदा की कमी नहीं, सारे जिंदगी के सुख प्राप्त हो रहे हैं। एक जीव का जीवन इहो जिहा है जिहड़े जन्म तो लैके मरण तक उन्होंने जिंदगी दुखों नाल घिरी हुई है। एक दुख दूर हुंदा दूजा खड़ा होया, दूजा ते तीजा चौथा पंजवां, जिंदगी समाप्त हो जाती है पर दुख नहीं मिटते। हुण सवाल पैदा हुंदा है कि जिहड़ा सुख प्राप्त कर रहे हैं, जिन्होंने सारे सुख प्राप्त होए ने, वो भी जीव है, वो भी मनुख है, तो जिन्होंने दुख मिल रहे ने असल विच वो भी मनुख है। फिर कारण की है कि एक दुख भोग रहा, एक सुख भोग रहा है। तो कारण गुरु सवारिओ अपने कर्मां दा है। परमात्मा ने जीव नूं पैदा किया। जदों जीव नूं आख्या कि तैनूं मैं बंदा बना के संसार विच भेज रहा, मनुख बना के भेज रहा हाँ, तू संसार में जाके मेरी बंदगी करना कर, मैनूं चेते रखी। ते मनुख संसार विच आया पंचभूतक शरीर लैके जीव, ते परमात्मा की इबादत करन दी थां ते बंदा बंदे की आराधना करन लग पिया, बंदा बंदे नूं पूजन लग पिया। भरोसा रखना सी परमेश्वर उत्ते, वाहिगुरू उत्ते, ते वाहिगुरू नूं छड्ड दिता ते मनुख दा सहारा लैण लग्या। ते गुरबाणी कहती है, सतगुरु गुरु तेग गुरु अर्जन दे महाराज नूं पुछो, ते धन गुरु अर्जन दे महाराज बचन करते ने कि मानुख की टेक बृथी सब जान, देवन को एक भगवान, जिसका दिया रह अगाए, बहु न तृष्णा लागे आए। मारै राखै एको आप, मानुख कै किश नाहि हाथ। सतगुरु आपां रोजाना पढ़ते हैं, बहुत सारे गुरसिख प्यारे बैठे ने जिहड़े नितापति नितनेम दा सुखनी साहिब दा पाठ भी करते हैं। तकरीबन गुरु नानक लिया संगतां नूं सुखनी साहिब दा बाणी जिहड़ी बाणी है कंठ दी नहीं आई है। आप पढ़ते भी हैं, फिर भी पढ़ के भी फिर भी गुरु सर मनुख का सहारा लैंदा फिरदा है। तो सतगुरु कहते ने मारै राखै एको आ, मानुख का किश नाहीं। जो मारन वाला रखण वाला एक परमेश्वर है, तो इस मनुख के हाथ विच तां कुछ भी नहीं है। मनुख के हाथ विच की है? कोई किसी का गुरु सवारे नुकसान नहीं कर सकता, परमेश्वर ना करे। बस बंदा बंदे का नुकसान करने की कोशिश करता कि फलाने तो मैं माड़ा कर दियाँ, पर उन्होंने ये नहीं पता कि पड़ोसी के जो हुआ तू अपने भी जान। अज तू अपने गुआढ़ी का नुकसान कर रहा, मित्र सज्जन का नुकसान कर रहा है। गुआढ़ियां के घर जदों दुख है तू खुशी मना रहा है। समा याद रखी, समा लंघ जाता, दुख का समा भी लंघ जाता है। अज तू खुशियां मना रहा तो कल तेरे घर विच भी इहो जिहा माहौल हो सकता है। सच्चे पातशाह कृपा करन, हर घर हर परिवार दे विच पातशाह जी तंदरुस्तियां, चढ़दियां कला, खुशियां खेड़े पातशाह बख्शिश करन।
पर गुरु सर समय का पता नहीं की होना, समय अगे किहड़ा घटना वापरनी, की होना है। इस करके सानू उस मालक दे भै दे विच, गुरु दे भै विच रह के ही अपने जीवन नूं बतीत करना चाहिए है। सो सतगुरु कहते ने आपे खेल करे सब करता, कहते करता है वाहिगुरु दा अपना खेड है ये, वो वाहिगुरु करता कर इस तरह खेडां खेडण वाला है। सुन साचा मन वसाएंदा, जदों कहते मैं सुनिया उस मालक दे बाद कि परमात्मा सच्चा है, तो सच्चे परमेश्वर दे नाम नूं फिर मैं अपने मन विच वसाएंदा। गुर जिहड़े गुरमुख जन ने ना, वो फिर अपने मन विच ऐसे मालक दे नाम नूं वसाउंदे हन। माया माई त्रै गुण परसूत जमाया, चारे वेद ब्रह्मे नो फुरमाया। हुण अगली पंक्ति विच गुरु पातशाह जी बख्शिश करते ने, कहते इसे माया तो ही, माया जिहड़ी है परमात्मा दी पैदा कीती हुई है। इंज कह लीए माया जिहड़ी है ये माँ दी न्याई है, ते परमात्मा जिहड़ा है पिता दी न्याई है। कहते इसे परमात्मा ने इसे माया दे तीन गुण बनाना कीते, तीन गुण पैदा कीते ने, रजो तमो ते सतो। गुरबाणी भी सतगुरु महाराज फरमान करते ने, रजगुण कही है सतगुण कही है, ये तेरी सब माया। कहते परमात्मा ये तेरी सारी माया है, तो उस मालक ने ये माया पैदा की, त्रै गुण तिना गुणा वाली ये माया पैदा की, ते परसूत जमाया। तो इस तरह माया दे परसूत दे नाल ही जीवां नूं संसार विच पैदा करना कीता। हुण देखो ब्रह्मा विष्णु महेश इत्यादक हिंदू मत अनुसार ये बड़े देवते मन्ने गए ने, पर गुरबाणी कहती है ये भी माया के अधीन है। रोजाना आपां जपजी साहिब की पावन बाणी पढ़ते हैं, तो जपजी साहिब की पावन बाणी विच सतगुरु जी फरमान करते ने, कहते ने एका माई जुगत ब्याई, तिन चेले परवान, एक संसारी एक भंडारी, एक लाए दीवान। जिव तिस भावै तिवै चलावै, जिव होवै फुरमान। जिवें मालक दा फुरमान हुंदा, हुक्म हुंदा है, हुक्म दे विच ही परमात्मा इन्हां तिन्नां देवतियां नूं चला रहा है। हुण जदों आपां गुरबाणी पढ़दे हां, गुरबाणी विच सतगुरु ने फैसला कर दित्ता, कहंदे ने ब्रह्मा विष्णु महादेव त्रै गुण रोगी, रोगी सगल संसारा। पातशाह कहते जिहड़े जिन्हां नूं तुसीं भगवान मानते फिरदे हो, परमेश्वर मानते फिरदे हो, असल विच ये परमात्मा दे पैदा कीते हुए ने। तीन प्रकार की माया जीवां नूं चिमड़ी हुई है, ते तिन्ने प्रकार की माया जिहड़ी है इन्हां तिन्ने देवतियां चिमड़ी हुई है। फर्क की है? वखरी गल है कि ये इन्हां ने बंदगी की संसार विच आके, ते इन्हां नूं मान सन्मान मिलिया, पर दुनिया के लोगों ने इन्हां नूं भगवान मान के पूजा करन लग पे। देखो जदों आपां हिंदू मत के ग्रंथ पढ़ते उहदे मुताबक ही इन्हां दे ग्रंथां विच किसी निंदिया नहीं है, जो इन्हां दे ग्रंथां विच लिखे उहदे मुताबक ये दस्सिया जांदा कि ब्रह्मा जी अपनी पुत्री उत्ते लुभाएमान हो गए सन, ते जिधरले पासे पुत्री ने देखिया कि ये मेरा पिता मेरे उत्ते बेईमान हो गया है, ते जिधरले पासे नूं गुरु सवारे उन्हें दूजे पासे अपना गई है, इन्हें उधरले पासे नूं मुख लाना कीता। फिर दूजे तीजे पासे ने तीजे पासे मुख ला लिया, चौथा मुख आकाश वाल उड्डी है तो आकाश वाल लाना कीता। कहते ने उस समय फिर जदों चौथा मुख लाया सी ते उस मुख नूं फिर सुदर्शन चक्कर ना या शिव जी ने तरसूल ना कटना कीता सी।
ਤੇ ਪਹਿਲਾ ਜਿਹੜਾ ਤ੍ਰੈਗੁਣ ਮਾਇਆ ਬ੍ਰਹਮੇ ਨੂੰ ਇਸ ਮਾਇਆ ਨੇ ਹੀ ਗੁਰੂ ਗਲਤਾਨ ਕਰ ਲਿਆ। ਫਿਰ ਮਹਾਦੇਵ ਨੂੰ, ਜਿਹਨੂੰ ਕਹਿੰਦੇ ਨੇ ਮਹਾਦੇਵ ਕੋ ਕੈਦ ਸਦਾ ਸਿਵ ਨਿਰੰਕਾਰ ਕਾ ਚਿੰਤਨ ਹੈ ਭਿਵ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ। ਉਹ ਮਹਾਦੇਵ ਸ਼ਿਵ ਜੀ ਇਹ ਵੀ ਮੋਹਣੀ ਅਵਤਾਰ ਉੱਤੇ ਲੁਭਾਇਮਨ ਹੋ ਗਿਆ ਸੀ। ਜਦੋਂ ਦੇਵਤਿਆਂ ਤੇ ਦੈਂਤਾਂ ਨੇ ਇਕੱਤਰ ਹੋ ਕੇ ਸਮੁੰਦਰ ਨੂੰ ਰਿੜਕਣਾ ਕੀਤਾ, ਸਮੁੰਦਰ ਦੇ ਵਿੱਚੋਂ 14 ਰਤਨ ਨਿਕਲੇ। ਉਹਨਾਂ 14 ਰਤਨਾਂ ਦੇ ਵਿੱਚੋਂ ਇੱਕ ਸੀ ਆਬੇ ਹਯਾਤ, ਜਿਹਨੂੰ ਅੰਮ੍ਰਿਤ ਆਖਿਆ ਜਾਂਦਾ ਹੈ। ਇਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਦੇ ਲਈ ਦੇਵਤੇ ਤੇ ਦੈਂਤਾਂ ਵਿੱਚ ਝਗੜਾ ਹੋ ਗਿਆ। ਦੈਂਤ ਕਹਿੰਦੇ ਨੇ ਅਸੀਂ ਅੰਮ੍ਰਿਤ ਪੀਣਾ, ਅਮਰ ਹੋਣਾ ਹੈ, ਤੇ ਦੇਵਤੇ ਕਹਿੰਦੇ ਅਸੀਂ ਪੀਣਾ, ਅਸੀਂ ਅਮਰ ਹੋਣਾ ਹੈ। ਤੇ ਅਖੀਰ ਤੇ ਜਦ ਝਗੜਾ ਵੱਧਦਾ ਗਿਆ, ਇੱਕ ਦੂਜੇ ਨੂੰ ਮਾਰਨ ਤੱਕ ਪਹੁੰਚ ਗਏ, ਕਹਿੰਦੇ ਨੇ ਫਿਰ ਸ਼੍ਰੀ ਵਿਸ਼ਨੂੰ ਜੀ ਨੇ ਮੋਹਣੀ ਅਵਤਾਰ ਧਾਰਨ ਕੀਤਾ। ਮੋਹਣੀ ਅਵਤਾਰ ਧਾਰਨ ਕੀਤਾ ਤੇ ਫਿਰ ਮੋਹਣੀ ਸਰੂਪ ਇਹੋ ਜਿਹਾ ਸੀ ਜਿਹਨੂੰ ਦੇਖ ਕੇ ਸਾਰੇ ਲੁਭਾਇਮਾਨ ਹੋ ਗਏ। ਤੇ ਉਦੋਂ ਫਿਰ ਜਿਹੜਾ ਇਹ ਅੰਮ੍ਰਿਤ ਸੀ ਉਹਨਾਂ ਦੇਵਤਿਆਂ ਨੂੰ ਪਿਲਾਣਾ ਕੀਤਾ। ਤੇ ਗੁਰੂ ਸਾਰੇ ਉਹ ਮੋਹਣੀ ਸਰੂਪ ਸ਼ਿਵ ਜੀ ਨੇ ਦੇਖਣਾ ਕੀਤਾ। ਤੇ ਸ਼ਿਵ ਜੀ ਐਸਾ ਲੁਭਾਇਮਾਨ ਹੋ ਗਿਆ, ਸ਼੍ਰੀ ਵਿਸ਼ਨੂੰ ਜੀ ਨੂੰ ਕਹਿਣ ਲੱਗਿਆ ਕਿ ਮੈਨੂੰ ਉਹ ਸਰੂਪ ਦਿਖਾਣਾ ਕਰੋ। ਜੋ ਸਰੂਪ ਦੇਖਿਆ ਤੈਨੂੰ ਆਪਣੇ ਆਪ ਦੀ ਸੋਝੀ ਨਹੀਂ ਰਹੀ ਤੇ ਮਗਰ ਮਗਰ ਦੌੜਿਆ, ਤੇ ਹੈ ਪਰਮਾਤਮਾ ਦੀ ਸਾਰੀ ਮਾਇਆ ਸੀ। ਤੇ ਸਤਿਗੁਰੂ ਕਹਿੰਦੇ ਉਸੇ ਹੀ ਮਾਇਆ ਵਿੱਚ ਸ਼ਿਵ ਜੀ ਗਲਤਾਨ ਹੋ ਗਿਆ। ਤੀਜੀ ਹੈ ਵਿਸ਼ਨੂੰ ਜੀ। ਵਿਸ਼ਨੂੰ ਜੀ ਦਾ ਮੁਕਾਬਲਾ ਹੋਇਆ ਇੱਕ ਜਲੰਧਰ ਨਾਮੇ ਦੈਂਤ ਹੋਇਆ, ਬੜਾ ਬਲਵਾਨ ਸੀ, ਬੜਾ ਯੋਧਾ ਸੀ। ਕਹਿੰਦੇ ਕਾਫੀ ਸਮੇਂ ਤੱਕ ਯੁੱਧ ਚੱਲਦਾ ਰਿਹਾ। ਸ਼੍ਰੀ ਵਿਸ਼ਨੂੰ ਜੀ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਹਰ ਵਾਰ ਅਸਫਲਤਾ ਲੱਗਦੀ ਆ, ਸਫਲ ਨਹੀਂ ਹੁੰਦੇ ਹਨ। ਤੇ ਬੜਾ ਹੁਣ ਮਨ 'ਚ ਡਰ ਹੈ, ਖੌਫ ਹੈ ਕਿ ਕਿਵੇਂ ਜਿੱਤ ਪ੍ਰਾਪਤ ਕੀਤੀ ਜਾਵੇ, ਇਹ ਦੈਂਤ ਮੇਰੇ ਤੋਂ ਖਤਮ ਨਹੀਂ ਹੁੰਦਾ ਹੈ। ਕਹਿੰਦੇ ਪਤਾ ਕਰੋ ਕੀ ਕਾਰਨ ਹੈ ਜਿਸ ਕਰਕੇ ਮੇਰੇ ਹੱਥੋਂ ਇਹ ਹਾਰਦਾ ਨਹੀਂ ਹੈ। ਤੇ ਅੱਗੋਂ ਜੋ ਪਤਾ ਕੀਤਾ ਕਿ ਜਿਹੜੀ ਜਲੰਧਰ ਦੈਂਤ ਦੀ ਘਰ ਵਾਲੀ ਹੈ ਆਪਣੇ ਧਰਮ ਵਿੱਚ ਉਹ ਪਰਪੱਕ ਹੈ, ਉਹ ਸਤੀ ਪ੍ਰਥਾ ਹੈ, ਆਪਣੇ ਧਰਮ 'ਚ ਪਰਪੱਕ ਹੈ, ਜਿਸ ਕਰਕੇ ਉਹਨੂੰ ਸ਼ਕਤੀ ਪ੍ਰਾਪਤ ਹੁੰਦੀ ਹੈ। ਉਹਦੀ ਸ਼ਕਤੀ ਕਰਕੇ ਜਲੰਧਰ ਦੈਂਤ ਹਾਰਦਾ ਨੇ। ਫਿਰ ਗੁਰੂ ਸਵਾਰਿਓ ਸ਼੍ਰੀ ਵਿਸ਼ਨੂੰ ਜੀ ਨੇ, ਕਹਿੰਦੇ ਨੇ ਉਸ ਸਮੇਂ ਜਲੰਧਰ ਦੈਂਤ ਦੀ ਘਰ ਵਾਲੀ ਦਾ ਸਤ ਭੰਗ ਕੀਤਾ। ਸਤ ਭੰਗ ਕਰਨ ਤੋਂ ਉਪਰੰਤ ਫਿਰ ਉਸ ਤੋਂ ਬਾਅਦ ਕਹਿੰਦੇ ਜਲੰਧਰ ਦੈਂਤ ਉੱਤੇ ਜਿੱਤ ਪ੍ਰਾਪਤ ਕੀਤੀ ਸੀ। ਹੁਣ ਇਹ ਹਿੰਦੂ ਮਤ ਦੇ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਤੇ ਗੁਰਬਾਣੀ ਇੱਥੇ ਸਤਿਗੁਰੂ ਮਹਾਰਾਜ ਜੀ ਉਹੀ ਦੱਸ ਰਹੇ ਨੇ। ਕਹਿੰਦੇ ਚਾਹੇ ਇਹ ਦੇਵਤੇ ਹਿੰਦੂ ਮਤ ਅਨੁਸਾਰ ਪੂਜਣ ਯੋਗ ਹਨ, ਸਤਿਕਾਰਯੋਗ ਹਨ ਤੇ ਉਹਨਾਂ ਨੂੰ ਮੁਬਾਰਕ, ਪਰ ਸਤਿਗੁਰੂ ਕਹਿੰਦੇ ਅਸਲ ਵਿੱਚ ਕਹਿੰਦੇ ਇਹ ਤਿੰਨੇ ਦੇਵਤੇ ਤਿੰਨ ਗੁਣਾ, ਇਸ ਕਰਕੇ ਤਿੰਨਾਂ ਨੂੰ ਮਾਇਆ 'ਚ ਮੁੜੀ ਹੋਈ ਹੈ। ਕਹਿੰਦੇ ਇਸ ਤਰ੍ਹਾਂ ਇਹ ਤਿੰਨ ਦੇਵਤੇ ਉਸ ਮਾਲਕ ਨੇ ਮਾਇਆ ਦੇ ਜਿਹੜਾ ਮੋਹ ਦੇ ਰਾਹੀਂ ਪੈਦਾ ਕੀਤੇ ਹਨ। ਇਹਨਾਂ ਵਿੱਚ ਕਹਿੰਦੇ ਇਸ ਤਰ੍ਹਾਂ ਇਹ ਮੋਹ ਪੈਦਾ ਕੀਤਾ ਮਾਇਆ ਦਾ, ਇਹਨਾਂ ਵਿੱਚੋਂ ਫਿਰ ਇੱਕ ਨੂੰ ਕੰਮ ਲਾਇਆ। ਕਿਹੜਾ ਕੰਮ ਲਾਇਆ? ਚਾਰੇ ਵੇਦ ਬ੍ਰਹਮੇ ਨੂੰ ਫਰਮਾਇਆ। ਬ੍ਰਹਮੇ ਨੂੰ ਆਪਾਂ ਮੰਨਦੇ ਹਾਂ ਕਿ ਸ੍ਰਿਸ਼ਟੀ ਸਿਰਜਣ ਵਾਲਾ ਹਿੰਦੂ ਮਤ ਦੇ ਗ੍ਰੰਥਾਂ ਮੁਤਾਬਕ, ਪਰ ਜਦੋਂ ਗੁਰਬਾਣੀ ਪੜ੍ਹਦਾ ਗੁਰਬਾਣੀ ਕਹਿੰਦੀ ਹੈ ਨਹੀਂ, ਚਾਹੇ ਬ੍ਰਹਮਾ ਹੈ, ਚਾਹੇ ਵਿਸ਼ਨ ਹੈ, ਮਹੇਸ਼ ਹੈ, ਇਹ ਸਾਰੇ ਉਸ ਮਾਲਕ ਦੀ ਲਾਈ ਹੋਈ ਡਿਊਟੀ ਨੂੰ ਨਿਭਾ ਰਹੇ ਨੇ। ਰੋਜੀ ਰੋਟੀ ਦੇਣ ਵਾਲਾ, ਪੈਦਾ ਕਰਨ ਵਾਲਾ, ਲਹਿਤਾ ਕਰਨ ਵਾਲਾ ਇੱਕ ਪਰਮੇਸ਼ਰ ਹੈ। ਉਹ ਤੋਂ ਬਿਨਾਂ ਕੋਈ ਰੋਜੀ ਰੋਟੀ ਨਹੀਂ ਦਿੰਦਾ। ਤੇ ਸਤਿਗੁਰੂ ਕਹਿੰਦੇ ਬ੍ਰਹਮੇ ਜੀ ਨੂੰ ਚਾਰ ਵੇਦ, ਜਿਹੜੇ ਚਾਰ ਵੇਦ ਹਿੰਦੂ ਮਤ ਦੇ ਵੱਡੇ ਗ੍ਰੰਥ ਨੇ ਨਾ, ਕਹਿੰਦੇ ਇਹ ਬ੍ਰਹਮਾ ਜੀ ਨੂੰ ਹੁਕਮ ਕਰ ਦਿੱਤਾ ਕਿ ਤੁਸੀਂ ਭਾਈ ਇਹ ਚਾਰ ਵੇਦ ਰਚਨਾ ਕਰੋ। ਤੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਬ੍ਰਹਮਾ ਜੀ ਨੇ ਇਹ ਚਾਰ ਵੇਦ ਰਚਨਾ ਕੀਤੇ ਨੇ।
ਤੇ ਕਈ ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਨੇ ਇਕੱਲੇ ਬ੍ਰਹਮਾ ਜੀ ਨੇ ਰਚਨਾ ਕੀਤੀ, ਵਿੱਚ ਰਿਸ਼ੀ ਵਿਆਸ ਦਾ ਵੀ ਹੱਥ ਹੈ ਲਿਖਣ ਵਾਸਤੇ। ਸੋ ਰਹੋ ਵਿਚਾਰ। ਤੇ ਇਸ ਤਰ੍ਹਾਂ ਕਹਿੰਦੇ ਇਹ ਪਰਮਾਤਮਾ ਨੇ ਹੁਕਮ ਕਰ ਦਿੱਤਾ ਕਿ ਚਾਰੇ ਵੇਦ ਬ੍ਰਹਮੇ ਨੂੰ ਫਰਮਾਇਆ, ਜਿਹੜੇ ਇਹ ਚਾਰ ਵੇਦ ਨੇ ਬ੍ਰਹਮੇ ਨੂੰ ਹੁਕਮ ਕਰਤਾ ਕਿ ਤੁਸੀਂ ਇਹ ਲਿਖਣਾ ਕਰੋ। ਇਸ ਤਰ੍ਹਾਂ ਬ੍ਰਹਮਾ ਨੇ ਉਚਾਰਨ ਕੀਤੇ, ਬਰੇ ਮਾਹਾ ਵਾਰ ਥਿਤੀ ਕਰ, ਇਸ ਜਗ ਮਹਿ ਸੋਝੀ ਪਾਏਂਦਾ। ਫਿਰ ਸੰਸਾਰ ਦੀ ਸਮੇਂ ਦੀ ਵੰਡ ਕੀਤੀ। ਸੰਸਾਰ ਦੇ ਸਮੇਂ ਦੀ ਵੰਡ ਕਿਵੇਂ ਕੀਤੀ ਹੈ? ਤੇ ਪਾਤਸ਼ਾਹ ਕਹਿੰਦੇ ਬਰੇ, ਬਰੇ ਦਾ ਅਰਥ ਹੈ ਸਾਲ, ਮਾਹ ਦਾ ਅਰਥ ਹੈ ਮਹੀਨਾ, ਵਾਰ ਦਾ ਅਰਥ ਹੈ ਜਿਹੜੇ 7 ਦਿਨ ਹੁੰਦੇ ਨੇ, ਹਫ਼ਤਾ, ਥਿਤੀ ਇਤਿਆਦਿਕ। ਇਹ ਪਹਿਲੇ ਇਹਨਾਂ ਸਮੇਂ ਦੀ ਵੰਡ ਕਰ ਦਿੱਤੀ, ਇਹਨਾਂ ਨੂੰ ਸਮੇਂ ਵਿੱਚ ਵੰਡਿਆ ਗਿਆ। ਫਿਰ ਇਹਦੇ ਮੁਤਾਬਕ ਜੀਵ ਸੰਸਾਰ ਵਿੱਚ ਆਇਆ ਤੇ ਸਮੇਂ ਅਨੁਸਾਰ ਜੀਵ ਜਾਂਦਾ ਰਿਹਾ ਸੰਸਾਰ ਤੋਂ। ਵਰ੍ਹਿਆਂ ਦੀ ਗਿਣਤੀ ਕਰੇ, ਕੋਈ ਮਹੀਨਿਆਂ ਦਾ ਸਹਾਰਾ ਲੈ ਕੇ ਸਾਲ ਤੱਕ ਗਿਣਦਾ, ਕੋਈ ਦਿਨਾਂ ਦਾ ਸਹਾਰਾ ਲੈ ਕੇ ਦਿਨਾਂ ਨੂੰ ਗਿਣਦਾ ਹੈ। ਕਹਿੰਦੇ ਥਿੱਤਾ ਵਾਰਾਂ ਉੱਤੇ ਇਸ ਤਰ੍ਹਾਂ ਲੋਕ ਵਿਸ਼ਵਾਸ ਕਰਦੇ ਨੇ। ਕਹਿੰਦੇ ਅਸਲ ਵਿੱਚ ਕਹਿੰਦੇ ਇਹ ਪਰਮਾਤਮਾ ਨੇ ਬਣਾਉਣਾ ਕੀਤੇ, ਵਾਹਿਗੁਰੂ ਨੇ ਬਣਾਉਣਾ। ਕਿ ਦੇਖੋ ਸੰਨ ਹੈ, ਸੰਮਤ ਨੇ, ਬਿਕਰਮੀ ਸੰਮਤ ਚੱਲਦਾ, ਨਾਨਕਸ਼ਾਹੀ ਸੰਮਤ ਚੱਲਦਾ ਹੈ, ਜਾਂ ਆਪਾਂ ਕਹਿੰਦੇ ਸੰਨ ਚੱਲਦੇ ਨੇ। ਤੇ ਗੁਰੂ ਸਵਾਰੇ ਇਹ ਸਾਰੇ ਅਸਲ ਵਿੱਚ ਬਣਾਏ ਪਰਮਾਤਮਾ ਦੇ ਨੇ, ਤੇ ਕਿਸੇ ਨਾ ਕਿਸੇ ਨੂੰ ਮੁਖੀ ਬਣਾਤਾ ਕਿ ਫਲਾਣੇ ਨੇ ਇਹ ਸੰਨ ਬਣਾਉਣਾ ਕੀਤਾ ਹੈ। ਤੇ ਅਸਲ ਵਿੱਚ ਪਰਮਾਤਮਾ ਨੇ ਇਸ ਸਮੇਂ ਦੀ ਵੰਡ ਕੀਤੀ ਹੈ। ਇਸ ਜਗ ਮੈਂ ਸੋਝੀ ਪਾਏਂਦਾ। ਕਹਿੰਦੇ ਚਾਹੇ ਮਹੀਨਾ ਹੋਵੇ, ਚਾਹੇ ਸਾਲ ਹੋਵੇ, ਚਾਹੇ ਥਿੱਤਾ ਹੋਵੇ, ਵਾਰ ਹੋਵੇ, ਕਹਿੰਦੇ ਕੋਈ ਬਿਰਲਾ ਐਸਾ ਹੈ ਜਿਹਦੇ ਉੱਤੇ ਮਾਲਕ ਦੀ ਬਖਸ਼ਿਸ਼ ਹੁੰਦੀ ਹੈ। ਕੋਈ ਮਹੀਨਿਆਂ ਦੇ ਵਿੱਚ ਸੋਝੀ ਪ੍ਰਾਪਤ ਕਰ ਲੈਂਦਾ, ਕੋਈ ਗੁਰੂ ਸਵਾਰੇ ਕਈਆਂ ਨੂੰ ਇਸ ਤਰ੍ਹਾਂ ਦਿਨਾਂ ਦੇ ਵਿੱਚ ਹੀ ਸੋਝੀ ਪ੍ਰਾਪਤ ਕਰ ਲੈਂਦਾ ਹੈ, ਕਈਆਂ ਨੂੰ ਕਈ ਸਾਲ ਲੱਗ ਜਾਂਦੇ ਨੇ ਤੇ ਉਹਨਾਂ ਨੂੰ ਫਿਰ ਸੋਝੀ ਪ੍ਰਾਪਤ ਹੁੰਦੀ ਹੈ। ਤੇ ਕਈ ਐਸੇ ਨੇ ਜਿਹੜੇ ਗੁਰੂ ਸਵਾਰੇ ਭਟਕਣਾ ਦੇ ਵਿੱਚ ਹੀ ਰਹਿੰਦੇ ਨੇ, ਸਾਰੀ ਜ਼ਿੰਦਗੀ ਸਮਝ ਲੰਘ ਜਾਂਦੀ ਹੈ ਪਰ ਉਹ ਸਮਝਦੇ ਨਹੀਂ ਹਨ, ਸਾਰੀ ਜ਼ਿੰਦਗੀ ਭਟਕਣਾ ਵਿੱਚ ਲੱਗੇ। ਦੇਖੋ ਧੀਰਮਲ ਨੂੰ ਕਿੰਨਾ ਸਮਝਾਉਣ ਦੀ ਕੋਸ਼ਿਸ਼ ਕੀਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਪੋਤਰਾ ਸੀ ਪਾਤਸ਼ਾਹ ਦਾ, ਪੋਤਰੇ ਨੂੰ ਇੰਨੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਧੀਰਮਲ ਸਮਝਿਆ ਨਹੀਂ। ਅੰਤਮ ਸਮੇਂ ਤੱਕ, ਅੰਤਮ ਸਮੇਂ ਤੱਕ ਗੁਰੂ ਘਰ ਨਾਲ ਵਿਰੋਧਤਾ ਕਰਦਾ ਰਿਹਾ। ਤੇ ਕਈ ਇਹੋ ਜਿਹੇ ਜਿਹੜੇ ਸਾਰੀ ਜ਼ਿੰਦਗੀ ਸਮਝਦੇ ਨਹੀਂ ਹਨ, ਜਿਨ੍ਹਾਂ ਨੂੰ ਸੋਝੀ ਆ ਜਾਂਦੀ ਫਿਰ ਉਹ ਗੁਰੂ ਦੇ ਆਸ਼ੇ ਅਨੁਸਾਰ ਜੀਵਨ ਨੂੰ ਬਤੀਤ ਕਰਦੇ ਨੇ। ਤੇ ਪਾਤਸ਼ਾਹ ਇੱਥੇ ਫਰਮਾਨ ਕਰਦੇ ਹਨ, ਕਹਿੰਦੇ ਇਸ ਤਰ੍ਹਾਂ ਇਸ ਜੱਗ ਮੈਂ ਜੀਵ ਸੰਸਾਰ ਵਿੱਚ ਆਉਂਦਾ, ਕਹਿੰਦੇ ਇਸ ਤਰ੍ਹਾਂ ਫਿਰ ਸੋਝੀ ਪ੍ਰਾਪਤ ਕਰਦਾ ਹੈ। ਗੁਰ ਸੇਵਾ ਤੇ ਕਰਨੀ ਸਾਰ, ਰਾਮ ਨਾਮ ਰਾਖੋ ਉਰ ਧਾਰ। ਹੁਣ ਅਗਲੀ ਪੰਕਤੀ 'ਚ ਪਾਤਸ਼ਾਹ ਜੀ ਬਚਨ ਕਰਦੇ, ਕਹਿੰਦੇ ਪਹਿਲਾਂ ਤਾਂ ਸਤਿਗੁਰੂ ਨੇ ਸੰਸਾਰ ਕਿਵੇਂ ਬਣਿਆ, ਜੀਵ ਕਿਵੇਂ ਬਣਾਏ, ਸਮੇਂ ਦੀ ਵੰਡ ਪਾਤਸ਼ਾਹ ਦੱਸੀ ਹੈ। ਤੇ ਹੁਣ ਗੁਰੂ ਸਵਾਰੇ ਅਗਲਾ ਜਿਹੜਾ ਸਤਿਗੁਰੂ ਹੁਕਮ ਕਰ ਰਹੇ ਸਨ ਕਿ ਮਨੁੱਖਾ ਦੇਹੀ ਮਿਲ ਗਈ, ਮਨੁੱਖਾ ਦੇਹੀ ਪ੍ਰਾਪਤ ਕਰਨ ਉਪਰੰਤ ਇਹ ਜੀਵਤ ਆਪਣੇ ਜੀਵਨ ਵਿੱਚ ਕਾਰਜ ਕਰਨੇ ਨੇ। ਉਹ ਕਿਹੜਾ ਕਾਰਜ ਕਰਨਾ ਹੈ? ਸਭ ਤੋਂ ਪਹਿਲਾਂ ਤਾਂ ਗੁਰੂ ਵਾਲਾ ਬਣਨਾ ਹੈ, ਗੁਰੂ ਵਾਲਾ ਬਣਨਾ। ਗੁਰੂ ਤੋਂ ਬਿਨਾਂ ਸਾਡੀ ਗਤ ਨਹੀਂ ਹੈ, ਇਸ ਯਾਦ ਰੱਖਿਓ। ਕਈ ਕਹਿ ਦਿੰਦੇ ਨੇ ਕਿ ਐਵੇਂ ਬਾਬੇ ਆਖੀ ਜਾਂਦੇ ਵਾਰ-ਵਾਰ ਕਿ ਗੁਰੂ ਵਾਲੇ ਬਣੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਕੀ ਲੋੜ ਹੈ? ਜਿਹੜਾ ਅੰਮ੍ਰਿਤ ਛਕਣਾ, ਨਿਤ ਦਾ ਨਿਯਮ ਨਿਭਾਉਣਾ, ਇਹ ਸਾਡੇ ਗੁਰੂ, ਜਿਸ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਵਨ ਅਸਥਾਨ 'ਤੇ ਆਪਾਂ ਹਾਜ਼ਰੀਆਂ ਭਰ ਰਹੇ ਨਾ, ਜਿਹਨੂੰ ਆਪਣਾ ਗੁਰੂ ਮੰਨਦੇ ਹਾਂ, ਸਾਡੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖੁਦ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਪਾਤਸ਼ਾਹ ਨਿਤ ਨਿਯਮ, ਨਿਤਨੇਮ, ਨਿਤ ਦਾ ਨਿਯਮ ਪਾਤਸ਼ਾਹ ਆਪ ਨਿਭਾਉਂਦੇ ਰਹੇ। ਤੇ ਇਹ ਗੁਰੂ ਦਾ ਹੁਕਮ ਹੈ। ਜਿਹੜਾ ਮੇਰੇ ਭਾਈ ਸਿੱਖ ਤੋਂ ਸਿੰਘ ਸੱਜਣਾ ਨਾ, ਜੇ ਗੁਰੂ ਕਲਗੀਆਂ ਵਾਲੇ ਪੰਜ ਖੁਸ਼ੀਆਂ ਲੈਣੀਆਂ ਨੇ,
फिर सिंह सज्जण दे लई तुहानू खंडे बाटे दा अमृत छकना पवेगा। जे तां लैना है दाखला गुरु कलगीधर पातशाह दे सकूल विच, फिर तां खंडे बाटे दी पोल छकनी पवेगी। जे नहीं दाखला लैना तो गुरु सवारे फिर आप अपनी मन की मर्जी है। जे गुरु कलगियां वाले पातशाह की खुशियां प्राप्त करनियां ने तो कलगीधर पातशाह नूं सब तो सोहना सिख उही लगता है जिहड़ा गुरु सर जी ने उत्तों की श्री साहब पहनी होवे, पंजां ककारां दा वर्दी दा धारनी होवे, सोहनी दस्तार सजाई होवे, ते कलगीधर पातशाह बड़ा प्यार करदे ने इहो जिहे सिखां नूं। फिर केवल ये नहीं कि केवल वर्दी पहनी हुई है, फिर नाम नित का नियम नहीं है, नाल नियम भी चाहिए नित का। जो आप निता प्रति अमृत ਨੂੰ ਉੱਠ के कमाई करनी है। तो सतगुरु कहते ने गुरु अपने जीवन काल दे विच सब तो पहला काम जिंदगी च विचरदियां होया कहते गुरु वाला बनना है, गुरु की सेवा करनी। कहते ये भाई करनी सार श्रेष्ठ करनी है, ये श्रेष्ठ काम है असल विच। ये तू काम करना कर, कहते गुरु की सेवा करनी, गुरु गुरु जपना। तो गुरु की आखदा है, गुरु का हुक्म सानू की है, राम नाम राखो और धार। गुरु कहता है सिखा रमंती राम जिहड़ा वाहिगुरु है, कहते उस रमंती राम दे नाम नूं अपने उर हिरदे विच धारण करके रखना कर। भाव हरि दे नाम नूं कदे विसारना ना कर। गुरु कह रहे हैं ना, गुरु तेग बहादुर पातशाह नूं पुछो, कहते राम सिमर ए है तेरा काज है, माया को संग त्याग प्रभ जू की शरण लाग, जगत सुख मान मिथ्या झूठो सब साज है। ये गुरु तेग बहादुर पातशाह कह रहे हैं कि भाई असल तेरा जिंदगी का काज की है, उस रमंती राम का सिमरन करना, माया का त्यागी बन, माया को संग त्याग प्रभ जू की प्रभु की शरण तकना कर। इस तरह कहते ने झूठो सब साज है। बाकी जो संसार देखता ना, ये सारा संसार झूठा है, परमात्मा का पैदा किया तो आप ही वाहिगुरु फिर संसार नूं खत्म भी करता है। इस करके सतगुरु महाराज कहते राम नाम राखो और धार। हे भाई अपने उर हिरदे दे विच इस रमंती राम नूं, राम दे नाम नूं धारण करके रखना करो। गुरबाणी वरती जग अंतर, इस बाणी ते हर नाम पाएंदा। ते गुरु साहबान जी अगली पंक्ति च बख्शिश करते हैं, कहते एक तरीका है संसार समुंदर तो तरन का, परमेश्वर का नाम जपण का। वो तरीका की है, कहते गुरां दी बाणी, बाणी नाल कहते जुड़दा कर। ये गुरां दी जिहड़ी बाणी है ना, ये बाणी ही सारे जगत दे अंदर वरत रही है। इस बाणी ते हर नाम पाए, से ही बाणी पासों हरि परमात्मा दे नाम नूं प्राप्त किया जाता है। बाणी गुरु, गुरु है बाणी, विच बाणी अमृत सारे। गुर बाणी कह सेवक जन मानै, पर तख गुरु निस्तारे। ते सतगुरु कहते ये गुरां दी बाणी है, ये जगत विच वरत रही है। इस बाणी दे राही ही हरि परमात्मा दे नाम नूं प्राप्त किया जा सकता। देखो यही गुरबाणी दीयां पंक्तियां सी जदों भाई लहणा जी की दुकान उत्ते भाई जोध जी आए ने। खडूर साहब की धरती ते भाई जोध जी आए, जोध जी की संगत की। भाई जोध जी ने पंक्ति पढ़ी, जित सेविया सुख पाई है, सो साहिब सदा संभाली है। तो इस तरह गुरु सर ये शब्द पढ़े आसा की वार दा,
ਤੇ ਭਾਈ ਲਹਿਣਾ ਜੀ ਦੇ ਕੰਨਾਂ ਵਿੱਚ ਇਹ ਸ਼ਬਦ ਪਿਆ ਤੇ ਸੁਣਦਿਆਂ ਸਾਰ ਹੀ ਮਨ ਜਿਹੜਾ ਸੀ ਸ਼ਬਦ 'ਚ ਖੁੱਭ ਗਿਆ। ਬੜਾ ਮਨ ਨੂੰ ਸ਼ਾਂਤੀ ਮਿਲੀ, ਟਿਕਾ ਮਿਲਿਆ। ਤੇ ਪੁੱਛਦੇ ਨੇ ਕਿ ਇਹ ਕਿਹਦੀ ਬਾਣੀ ਹੈ? ਤੇ ਭਾਈ ਜੋਧ ਜੀ ਕਹਿੰਦੇ ਨੇ ਇਹ ਗੁਰਾਂ ਦੀ ਬਾਣੀ ਹੈ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਿੱਥੇ ਰਹਿੰਦੇ ਨੇ? ਕਹਿੰਦੇ ਨੇ ਆ ਤੁਹਾਡੇ ਲਾਗੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਨ 'ਚ ਵਿਚਾਰ ਕੀਤੀ ਕਿ ਮੈਂ ਗੁਰੂ ਨਾਨਕ ਦੇ ਦੀਦਾਰ ਕਰਾਂ। ਖਿੱਚ ਸੀ ਗੁਰਬਾਣੀ ਦੀ। ਫਿਰ ਇੱਕ ਘਟਨਾ ਹੋਰ ਵਾਪਰੀ। ਕਹਿੰਦੇ ਨੇ ਦੁਕਾਨ ਉੱਤੇ ਸੌਦਾ ਤੋਲ ਕੇ ਦਿੰਦੇ ਨੇ, ਇੱਕ ਭਾਨਾ ਨਾਮੇ ਗੁਰੂ ਦਾ ਸਿੱਖ ਆ ਗਿਆ। ਸਿੱਖ ਆਇਆ, ਸਿੱਖ ਨੇ ਉਸ ਸਮੇਂ ਕਹਿੰਦੇ ਨੇ ਕਹਿਣ ਲੱਗੇ ਮੈਨੂੰ ਇੰਨੇ ਪੈਸਿਆਂ ਦੀ ਮੈਨੂੰ ਖੰਡ ਦੇਣਾ ਕਰੋ, ਮੈਨੂੰ ਆ ਜਿਹੜਾ ਬੂਰਾ ਦੇਣਾ ਕਰੋ। ਤੇ ਕਹਿੰਦੇ ਜਦੋਂ ਇਸ ਤਰ੍ਹਾਂ ਸਾਜੋ ਸਮਾਨ ਲੈਣ ਲੱਗੇ, ਭਾਈ ਲਹਿਣਾ ਜੀ ਤੋਲ ਰਹੇ ਹਨ। ਤੋਲਦਿਆਂ ਹੋਇਆਂ ਭਾਈ ਲਹਿਣਾ ਜੀ ਨੇ ਇੱਕ ਮੁੱਠ ਵੱਧ ਪਾ ਦਿੱਤੀ। ਤੇ ਭਾਈ ਭਾਨਾ ਜੀ ਕਹਿਣ ਲੱਗੇ ਕੀ ਕੀਤਾ? ਜਿਹੜੀ ਵੱਧ ਪਾਈ ਸੀ ਉਹ ਬਾਹਰ ਕੱਢਣਾ ਕਰੋ। ਤੇ ਭਾਈ ਲਹਿਣਾ ਜੀ ਕਹਿਣੇ ਕੋਈ ਗੱਲ ਨਹੀਂ, ਮੈਂ ਦੇ ਰਿਹਾ, ਮੈਂ ਕੋਈ ਪੈਸਾ ਨਹੀਂ ਲਵਾਂਗਾ। ਜਿੰਨੇ ਇੱਕ ਪੈਸਾ ਦਿੱਤਾ, ਇੱਕ ਪੈਸੇ ਦਾ ਮੈਂ ਸੌਦਾ ਦੇਵਾਂਗਾ ਤੈਨੂੰ ਮੈਂ, ਤੇ ਬਾਕੀ ਜਿਹੜੀ ਮੈਂ ਤੈਨੂੰ ਵੱਧ ਇੱਕ ਮੁੱਠ ਵੱਧ ਪਾਈ ਹੈ ਜਾਂ 2 ਮੁੱਠਾਂ ਵੱਧ ਪਾਈਆਂ ਨੇ, ਇਹ ਤੈਨੂੰ ਫ੍ਰੀ ਦੇ ਰਿਹਾ ਹਾਂ। ਤੇ ਭਾਈ ਭਾਨੇ ਜੀ ਨੇ ਅੱਗੋਂ ਆਖਿਆ ਕਿ ਮੇਰੇ ਗੁਰੂ ਦਾ ਹੁਕਮ ਹੈ ਕਿ ਜਿੰਨੇ ਦਮੜੇ ਦਿੱਤੇ ਉਨਾ ਹੀ ਸੌਦਾ ਲੈਣਾ, ਵੱਧ ਨਹੀਂ ਲੈਣਾ। ਜਦੋਂ ਸੁਣਿਆ ਗੁਰੂ, ਕਹਿੰਦੇ ਤੇਰਾ ਗੁਰੂ ਕੌਣ ਹੈ? ਕਹਿਣ ਲੱਗੇ ਮੇਰਾ ਗੁਰੂ ਹੈ ਗੁਰੂ ਨਾਨਕ ਸਾਹਿਬ ਮਹਾਰਾਜ। ਮੇਰਾ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ। ਹੁਣ ਭਾਈ ਜੋਧ ਪਾਸੋਂ ਪਹਿਲਾਂ ਗੁਰਬਾਣੀ ਸੁਣੀ, ਫਿਰ ਸਿੱਖ ਦਾ ਜਿਹੜਾ ਜੀਵਨ ਦੇਖਣਾ ਕੀਤਾ ਪ੍ਰਤੱਖ, ਕਿ ਜਿਸ ਸਿੱਖ ਦਾ ਜੀਵਨ, ਜਿਸ ਗੁਰੂ ਦੇ ਸਿੱਖ ਦਾ ਜੀਵਨ ਇੰਨੀ ਚੜ੍ਹਦੀ ਕਲਾ ਵਾਲਾ ਹੈ, ਉਹ ਗੁਰੂ ਕਿੰਨੀ ਚੜ੍ਹਦੀ ਕਲਾ ਵਾਲਾ ਹੋਵੇਗਾ। ਤੇ ਮਨ ਵਿੱਚ ਵਿਚਾਰ ਆਈ ਕਿ ਮਨਾ ਮੈਂ ਗੁਰੂ ਨਾਨਕ ਦੇ ਦੀਦਾਰ ਕਰਨੇ ਨੇ। ਗੁਰੂ ਨਾਨਕ ਪਾਤਸ਼ਾਹ ਦੀ ਹਜ਼ੂਰੀ ਵਿੱਚ ਪਹੁੰਚੇ ਤੇ ਗੁਰੂ ਨਾਨਕ ਦੇ ਹੀ ਬਣ ਕੇ ਰਹਿ ਗਏ। ਸੋ ਗੁਰੂ ਸਵਾਰੇ ਇਹ ਕਿੱਥੋਂ ਸੋਝੀ ਆਈ, ਲਗਨ ਕਿੱਥੋਂ ਲੱਗੀ ਹੈ? ਜਦੋਂ ਸਤਿਗੁਰਾਂ ਦੇ ਸਿੱਖ ਪਾਸੋਂ ਗੁਰਬਾਣੀ ਸੁਣੀ, ਗੁਰਬਾਣੀ ਦਾ ਸ਼ਬਦ ਸੁਣਿਆ, ਉਹ ਸ਼ਬਦ ਦੀ ਚੋਟ ਹਿਰਦੇ ਅੰਦਰ ਲੱਗੀ, ਜਿਸ ਕਰਕੇ ਗੁਰੂ ਸਾਹਿਬ ਆਪਣੇ ਖਿੱਚੇ ਹੋਏ ਭਾਈ ਲਹਿਣਾ ਜੀ ਗੁਰੂ ਨਾਨਕ ਦੀ ਸੰਗਤ ਵਿੱਚ ਗਏ। ਗੁਰੂ ਨਾਨਕ ਦੀ ਸੰਗਤ ਵਿੱਚ ਜਾ ਕੀ ਕੀਤਾ? ਹੁਕਮ ਮੰਨਿਆ। ਹੁਕਮ ਮੰਨ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈਆਂ। ਲੈਣੇ ਤੇ ਅੰਗਦ ਕਰ ਦਿਆ। ਅੰਗਾਂ ਨਾਲ ਲਾ ਕੇ ਪਾਤਸ਼ਾਹ ਨੇ ਨਾਮ ਰੱਖ ਦਿੱਤਾ। ਕਹਿਣ ਲੱਗੇ ਇਹ ਗੁਰੂ ਅੰਗਦ ਦੇ ਮਹਾਰਾਜ ਹਨ। ਇਹਨਾਂ ਵਿੱਚ ਸਾਡੀ ਜੋਤ ਜਿਹੜੀ ਸਾਡੇ ਵਿੱਚ ਹੈ, ਉਹ ਇਹਨਾਂ ਵਿੱਚ ਵਿਰਾਜਮਾਨ ਕਰ ਦਿੱਤੀ ਹੈ। ਇਸ ਤਰ੍ਹਾਂ ਗੁਰੂ ਸਵਾਰੇ ਇਹ ਗੁਰਬਾਣੀ ਹੀ ਇੱਕ ਐਸੀ ਹੈ ਜਿਹੜੀ ਸਾਰੇ ਜਗਤ ਵਿੱਚ ਵਰਤ ਰਹੀ ਹੈ। ਇਸ ਬਾਣੀ ਤੇ ਹਰ ਨਾਮ ਪਾਇੰਦਾ, ਇਸੇ ਹੀ ਬਾਣੀ ਪਾਸੋਂ ਹਰੀ ਪਰਮਾਤਮਾ ਦੇ ਨਾਮ ਨੂੰ ਪਾਇੰਦਾ ਪ੍ਰਾਪਤ ਕੀਤਾ ਜਾਂਦਾ ਹੈ। ਵੇਦ ਪੜ੍ਹੈ ਅਨ ਦਿਨ ਬਾਦ ਸੰਭਾਲੇ, ਨਾਮ ਨ ਚੇਤੈ ਬੱਧਾ ਜਮ ਕਾਲੇ। ਹੁਣ ਪਾਤਸ਼ਾਹ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਕਈ ਜੀਵ ਐਸੇ ਨੇ ਧਾਰਮਿਕ ਗ੍ਰੰਥ ਪੜ੍ਹਦੇ ਨੇ, ਵੇਦ ਸ਼ਾਸਤਰ ਇਤਿਆਦਿਕ ਪੜ੍ਹ ਲੈਂਦੇ ਨੇ, ਤੇ ਉਹਨਾਂ ਨੂੰ ਪੜ੍ਹ ਕੇ ਫਿਰ ਉਹ ਸੰਵਾਦ ਕਰਦੇ, ਝਗੜੇ ਕਰਦੇ ਫਿਰਦੇ ਨੇ ਦਿਨ ਰਾਤ ਹੀ। ਕਹਿੰਦੇ ਜਿਹੜਾ ਕੰਮ ਸੀ ਉਹ ਕੀਤਾ ਨਹੀਂ, ਨਾਮ ਨਾ ਚੇਤੈ, ਪਰਮੇਸ਼ਰ ਦਾ ਨਾਮ ਚੇਤੇ ਨਹੀਂ ਕੀਤਾ, ਝਗੜਿਆਂ ਵਿੱਚ ਹੀ ਲੱਗਿਆ ਰਿਹਾ। ਬੱਧਾ ਜਮਕਾਲੇ, ਅਖੀਰ ਤੇ ਹਾਲਤ ਇਹ ਜਿਹੀ ਹੋ ਗਈ ਕਿ ਜਮਾਂ ਦੀ ਪੁਰੀ ਵਿੱਚ ਬੰਧਿਆ ਜਾਂਦਾ, ਉੱਥੇ ਨੂੰ ਸਜ਼ਾ ਮਿਲਦੀ ਹੈ। ਦੂਜੈ ਭਾਏ ਸਦਾ ਦੁੱਖ ਪਾਏ,
ਤ੍ਰੈਗੁਣ ਭਰਮ ਭੁਲਾਹੇ ਦਾ ਦੂਜਾ ਭਾਏ ਹੋਰਨਾਂ ਨਾਲ ਪ੍ਰੇਮ ਕਰਨਾ। ਇੱਕ ਪਰਮੇਸ਼ਰ ਨੂੰ ਛੱਡ ਕੇ ਹੋਰਨਾਂ ਨਾਲ ਪ੍ਰੇਮ ਕਰੀ ਜਾਣਾ। ਕਹਿੰਦੇ ਇਸ ਤਰ੍ਹਾਂ ਇਹਦੇ ਵਿੱਚ ਹੀ ਲੱਗਿਆ ਰਿਹਾ ਸਦਾ ਦੁੱਖ ਪ੍ਰਾਪਤ ਹੁੰਦਾ ਹੈ। ਤ੍ਰੈਗੁਣ ਭਰਮ ਭੁੱਲਾਂਗੇ ਅਸਲ ਵੀ ਕਹਿੰਦਾ ਪਰਮਾਤਮਾ ਦੀ ਜਿਹੜੀ 3 ਪ੍ਰਕਾਰ ਦੀ ਮਾਇਆ ਹੈ ਉਹਦੇ ਵਿੱਚ ਪਰਮਾਤਮਾ ਨੇ ਗਲਤਾਨ ਕੀਤਾ ਹੋਇਆ, ਇਸ ਤਰ੍ਹਾਂ ਜੀਵ ਨੂੰ ਭਰਮ ਵਿੱਚ ਭੁਲਾਇਆ ਹੋਇਆ ਹੈ। ਇਹ ਗੁਰੂ ਸਵਾਰਿਓ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਬਾਕੀ ਰਹਿੰਦੇ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਵਾਲੇ ਦੀਵਾਨਾਂ 'ਚ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਗੁਰਮੁਖ ਏਕਸ ਸਿਉ ਲਿਵ ਲਾਏ, ਤ੍ਰਿਵਿਧ ਮਨਸਾ ਮਨਹਿ ਸਮਾਏ। ਸਾਚੈ ਸ਼ਬਦ ਸਦਾ ਹੈ ਮੁਕਤਾ, ਮਾਇਆ ਮੋਹ